ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ। ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ, ਸੋਹਣੇ ਰੱਬ ਦੀ ਸਦਾ ਹੀ ਜੈ। ਅੱਜ ਦੀ ਵੀਡੀਓ ਜੋ ਪੀਰਾਂ ਫਕੀਰਾਂ ਦੇ ਪਾਠ ਕਲਮੇ ਕਰਦੇ ਹਨ ਔਰ ਹਜ਼ਰਤ ਸ਼ਾਹ ਅਲੀ ਸਰਕਾਰ ਦੇ ਡੰਕੇ ਦੀ ਮੰਗ ਕਰਦੇ ਹਨ ਕਿ ਸਾਨੂੰ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਚਾਹੀਦਾ ਹੈ, ਉਹਨਾਂ ਲਈ ਇਹ ਵੀਡੀਓ ਬਹੁਤ ਖਾਸ ਹੈ। ਸਾਨੂੰ ਸਾਡੇ ਚੈਨਲ 'ਤੇ ਬਹੁਤ ਸਾਰੇ ਕਮੈਂਟ ਆਏ ਕਿ ਸਾਨੂੰ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਦਿਓ, ਔਰ ਸਾਡੇ ਪੀਰੀ ਫਕੀਰੀ ਨੂਰ ਫੇਸਬੁੱਕ ਪੇਜ 'ਤੇ, ਜੋ ਸਾਡਾ ਪੇਜ ਹੈ ਪੀਰੀ ਫਕੀਰੀ ਨੂਰ ਫੇਸਬੁੱਕ ਪੇਜ, ਉਸ 'ਤੇ ਬਹੁਤ ਸਾਰੇ ਕਮੈਂਟ ਆਏ ਕਿ ਸਾਨੂੰ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਦਿਓ। ਬਹੁਤ ਸਾਰੇ ਮੈਸੇਜ ਆਏ, ਇਸ ਲਈ ਇਹ ਖਾਸ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਡੰਕਾ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਕੀ ਹੈ। ਉਸ ਵਿੱਚ ਕੁਝ ਮੁਰੀਦਾਂ ਨੂੰ ਇਸ ਦੀ ਜਾਣਕਾਰੀ ਹੋਵੇਗੀ, ਪਰ ਕਈ ਸਰਕਾਰ ਦੇ ਮੰਨਣ ਵਾਲੇ ਮੁਰੀਦਾਂ ਨੂੰ ਇਸ ਦੀ ਪੂਰੀ ਜਾਣਕਾਰੀ ਨਹੀਂ ਹੈ, ਔਰ ਬਹੁਤ ਘੱਟ ਫਕੀਰਾਂ ਕੋਲ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਹੈ। ਇਹ ਸਿਲਸਿਲਾ ਜਿਸ ਤਰ੍ਹਾਂ ਫਕੀਰਾਂ ਤੋਂ ਅੱਗੇ ਹੋਰ ਫਕੀਰਾਂ ਤੱਕ ਪਹੁੰਚਦਾ ਹੈ, ਮੁਰੀਦਾਂ ਤੱਕ ਪਹੁੰਚਦਾ ਹੈ, ਔਰ ਇਹ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਤੁਹਾਨੂੰ ਹਰ ਫਕੀਰ ਕੋਲੋਂ ਨਹੀਂ ਮਿਲਣਾ, ਕਿਸੇ ਕਿਸੇ ਫਕੀਰ ਕੋਲ ਹੁੰਦਾ ਹੈ। ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਬਹੁਤ ਵੱਡੀ ਸ਼ਕਤੀ ਹੈ, ਬਹੁਤ ਵੱਡੀ ਤਾਕਤ ਹੈ, ਜਿਸ ਵਿੱਚ ਬਹੁਤ ਸਾਰੇ ਪੀਰ ਫਕੀਰ ਚੱਲਦੇ ਹਨ। ਪੀਰਾਨੇ ਪੀਰ ਸਰਕਾਰ ਓਲੀਏ ਬਜ਼ੁਰਗ ਵਲੀ ਚੱਲਦੇ ਹਨ। ਪੀਰਾਂ ਦੇ ਨਾਲ ਨਾਲ ਇਸ ਵਿੱਚ ਹਿੰਦੂ ਧਰਮ ਦੇ ਦੇਵੀ ਦੇਵਤੇ ਵੀ ਚੱਲਦੇ ਹਨ। ਇਸ ਡੰਕੇ ਵਿੱਚ ਪੀਰ ਫਕੀਰ ਦੇਵੀ ਦੇਵਤੇ ਸਾਰੇ ਇਕੱਠੇ ਹੋ ਕੇ ਚੱਲਦੇ ਹਨ, ਕੰਮ ਕਰਦੇ ਹਨ। ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ, ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ ਸ਼ਕਤੀ ਇਸ ਵਿੱਚ ਚੱਲਦੀ ਹੈ। ਸਰਕਾਰ ਦਾ ਡੰਕਾ ਬਹੁਤ ਜਲਾਲੀ, ਕਮਾਲੀ, ਤਾਕਤਵਰ, ਸ਼ਕਤੀਸ਼ਾਲੀ ਹੈ। ਇਸ ਨੂੰ ਕੋਈ ਬਿਨਾਂ ਮੁਰਸ਼ਿਦ ਦੇ ਨਹੀਂ ਪੜ੍ਹ ਸਕਦਾ। ਇਸ ਨੂੰ ਪੜ੍ਹਨ ਲਈ ਇਨਸਾਨ ਨੂੰ ਕਿਸੇ ਕਾਮਿਲ ਮੁਰਸ਼ਿਦ ਗੁਰੂ ਰਹਿਬਰ ਦੀ ਆਗਿਆ ਇਜਾਜ਼ਤ ਲੈਣੀ ਬਹੁਤ ਜ਼ਰੂਰੀ ਹੈ। ਬਿਨਾਂ ਮੁਰਸ਼ਿਦ ਗੁਰੂ ਤੋਂ ਕੋਈ ਇਸ ਦੀ ਚਾਲ ਨਹੀਂ ਚੱਲ ਸਕਦਾ। ਬਿਨਾਂ ਮੁਰਸ਼ਿਦ ਗੁਰੂ ਤੋਂ ਇਸ ਦੀ ਤਸੀਰ ਨੂੰ, ਸ਼ਕਤੀ ਨੂੰ ਕੋਈ ਨਹੀਂ ਚੱਲ ਸਕਦਾ। ਜਿਸ ਨੇ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਪੜ੍ਹ ਲਿਆ, ਉਹ ਫਕੀਰ ਹੋ ਗਿਆ। ਉਸ ਨੂੰ ਹੋਰ ਕੁਝ ਪੜ੍ਹਨ ਦੀ ਲੋੜ ਨਹੀਂ ਹੈ, ਕਿਉਂਕਿ ਇਸ ਵਿੱਚ ਬਹੁਤ ਸਾਰੇ ਪੀਰ ਫਕੀਰ ਵਲੀ ਓਲੀਏ ਦੇਵੀ ਦੇਵਤਿਆਂ ਦਾ ਨਾਮ ਜ਼ਿਕਰ, ਸ਼ਕਤੀ ਹੈ, ਉਹਨਾਂ ਦਾ ਵਰਣਨ ਹੈ। ਜਿਸ ਨੇ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਇਹ ਡੰਕਾ ਪੜ੍ਹ ਲਿਆ, ਉਹ ਮੁਕੰਮਲ ਫਕੀਰ ਬਣ ਜਾਂਦਾ ਹੈ। ਉਸ ਨੂੰ ਹੋਰ ਕੁਝ ਕਲਮਾ ਪਾਠ ਪੜ੍ਹਨ ਦੀ ਲੋੜ ਨਹੀਂ ਹੈ। ਇਸ ਡੰਕੇ ਵਿੱਚ ਕਈ ਬਿਮਾਰੀਆਂ ਦਾ ਇਲਾਜ ਹੈ, ਕਈ ਤਰ੍ਹਾਂ ਦੇ ਜਾਨਵਰਾਂ ਦਾ ਜ਼ਹਿਰ ਖਤਮ ਕਰਨ ਦਾ ਇਲਾਜ ਹੈ। ਇਸ ਨਾਲ ਹਰ ਤਰ੍ਹਾਂ ਦਾ ਹਥਿਆਰ ਬੰਨ੍ਹਿਆ ਜਾ ਸਕਦਾ ਹੈ, ਹਥਿਆਰ ਕੀਲਿਆ ਜਾ ਸਕਦਾ ਹੈ। ਇਸ ਨਾਲ ਹਰ ਤਰ੍ਹਾਂ ਦੇ ਭੂਤ ਪ੍ਰੇਤ, ਜਾਦੂ, ਚੁੜੇਲ, ਅਸੇਬ, ਡਾਇਨ, ਜਿੰਨ ਖਬੀਸ, ਸ਼ੈਤਾਨੀ ਆਤਮਾ ਨੂੰ ਬੰਨ੍ਹਿਆ ਜਾ ਸਕਦਾ ਹੈ, ਉਸ ਨੂੰ ਕੀਲਿਆ ਜਾ ਸਕਦਾ ਹੈ, ਉਸ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ। ਜਿਸ ਮਕਾਨ ਘਰ ਵਿੱਚ ਇੱਕ ਵਾਰ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਪੜ੍ਹ ਲਿਆ ਜਾਵੇ, ਉੱਥੇ ਉਸ ਟਾਈਮ ਉਸ ਵਕਤ ਘਰ ਵਿੱਚੋਂ ਹਰ ਬੁਰੀ ਬਲਾ, ਭੂਤ ਪ੍ਰੇਤ, ਜਾਦੂ ਟੂਣਾ, ਚੜੇਲ ਭੱਜ ਜਾਂਦੇ ਹਨ। ਹਰ ਸ਼ੈਤਾਨੀ ਆਤਮਾ ਘਰ ਛੱਡ ਕੇ ਦੌੜ ਜਾਂਦੀ ਹੈ। ਇਸ ਦੇ ਬਹੁਤ ਜ਼ਿਆਦਾ ਫਾਇਦੇ ਹਨ, ਬਹੁਤ ਤਾਕਤਵਰ, ਸ਼ਕਤੀਸ਼ਾਲੀ ਹੈ। ਇਸ ਵਿੱਚ ਪੀਰਾਂ ਫਕੀਰਾਂ ਦੀ ਬਹੁਤ ਵੱਡੀ ਲਾਈਨ ਹੈ। ਹਜ਼ਰਤ ਮੌਲਾ ਅਲੀ ਸਰਕਾਰ, ਹਜ਼ਰਤ ਸ਼ਾਹ ਅਲੀ ਸਰਕਾਰ, ਇਹਨਾਂ ਦੇ ਨਾਲ ਪੂਰੀ ਫੌਜ ਚੱਲਦੀ ਹੈ। ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ ਫੌਜ, ਇਹ ਸਾਰੇ ਇਕੱਠੇ ਚੱਲਦੇ ਹਨ। ਇਸ ਕਰਕੇ ਇਹ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਬਹੁਤ ਵੱਡੀ ਚੀਜ਼ ਹੈ। ਡੰਕੇ ਦਾ ਮਤਲਬ ਕਿਸੇ ਵੀ ਚੀਜ਼ 'ਤੇ ਜਿੱਤ ਪ੍ਰਾਪਤ ਕਰਨਾ,
ਕਿਸੇ ਵੀ ਭੂਤ ਪ੍ਰੇਤ, ਕਿਸੇ ਵੀ ਸ਼ੈਤਾਨੀ ਤਾਕਤ ਜਾਂ ਕਿਸੇ ਵੀ ਤਰ੍ਹਾਂ ਦੇ ਮਸਲੇ ਤੇ ਜਿੱਤ ਪ੍ਰਾਪਤ ਕਰਨਾ ਉਸ ਨੂੰ ਡੰਕਾ ਕਹਿੰਦੇ ਹਨ। ਬਸ ਇਸ ਨੂੰ ਬਿਨਾਂ ਗੁਰੂ ਤੋਂ ਨਹੀਂ ਕੋਈ ਪੜ੍ਹ ਸਕਦਾ। ਗੁਰੂ ਬਿਨਾਂ ਇਸ ਦੀ ਝਾਲ ਨੂੰ, ਤਾਸੀਰ ਨੂੰ ਕੋਈ ਨਹੀਂ ਝੱਲ ਸਕਦਾ। ਇੱਕ ਫਕੀਰ ਨਾਲ ਸਾਡਾ ਬਹੁਤ ਪਿਆਰ ਸੀ। ਅਸੀਂ ਉਸ ਕੋਲ ਜਾਇਆ ਕਰਦੇ ਸੀ, ਉਸ ਦੀ ਮਹਿਫਲ ਦੇ ਵਿੱਚ ਸ਼ਾਮਲ ਹੋਇਆ ਕਰਦੇ ਸੀ। ਉਸ ਕੋਲ ਇੱਕ ਮੁਰੀਦ ਹੁੰਦਾ ਸੀ, ਇੱਕ ਲੜਕਾ ਹੁੰਦਾ ਸੀ। ਲੜਕਾ ਬਹੁਤ ਵਕਤ ਤੋਂ ਉਹਨਾਂ ਫਕੀਰਾਂ ਕੋਲੋਂ ਹਜ਼ਰਤ ਸ਼ਾਹ ਅਲੀ ਸਰਕਾਰ ਦੇ ਡੰਕੇ ਦੀ ਮੰਗ ਕਰਦਾ ਸੀ ਕਿ ਮੈਨੂੰ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਦੇ ਦਿਓ। ਕਾਫੀ ਵਾਰ ਮਿੰਨਤਾਂ ਕੀਤੀਆਂ। ਕੁਝ ਵਕਤ ਲੰਘਿਆ ਤਾਂ ਉਹਨਾਂ ਫਕੀਰਾਂ ਨੇ ਵਾਰ-ਵਾਰ ਮੰਗਣ ਤੇ ਉਸ ਲੜਕੇ ਨੂੰ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਦੇ ਦਿੱਤਾ। ਔਰ ਉਸ ਲੜਕੇ ਨਾਲ ਉਸ ਫਕੀਰ ਨੇ ਕੁਝ ਬਚਨ ਕੋਲ ਕੀਤੇ, ਪਰ ਉਹ ਲੜਕਾ ਫਕੀਰ ਦੇ ਬਚਨਾਂ ਤੇ ਨਹੀਂ ਉਤਰਿਆ। ਉਸ ਨੇ ਆਪਣੇ ਆਪ ਨੂੰ ਪਾਕ ਸਾਫ਼ ਨਹੀਂ ਕੀਤਾ। ਉਹ ਨਾਪਾਕੀ ਦੀ ਹਾਲਤ ਵਿੱਚ ਹੀ ਸਰਕਾਰ ਦਾ ਡੰਕਾ ਪੜ੍ਹਨ ਲੱਗ ਗਿਆ। ਜਦੋਂ ਉਸ ਨੇ ਡੰਕਾ ਪੜ੍ਹਨਾ ਸ਼ੁਰੂ ਕੀਤਾ, ਅਜੇ ਅੱਧਾ ਹੀ ਪੜ੍ਹਿਆ ਸੀ ਕਿ ਉਸ ਦੇ ਮੂੰਹ ਤੇ ਥੱਪੜ ਵੱਜਾ। ਜ਼ੋਰ ਨਾਲ ਉਸ ਦੇ ਮੂੰਹ ਤੇ ਇੱਕ ਥੱਪੜ ਵੱਜਾ। ਉਹ ਲੜਕਾ ਸਹਿਮ ਗਿਆ, ਡਰ ਗਿਆ। ਉਹ ਉੱਠ ਗਿਆ। ਪਾਠ ਤੋਂ ਕਈ ਦਿਨ ਬਿਮਾਰ ਰਿਹਾ। ਫਿਰ ਕਿਸੇ ਦਿਨ ਉਸ ਫਕੀਰ ਕੋਲ ਗਿਆ। ਉਸ ਨੇ ਦੁਆ ਕੀਤੀ ਤੇ ਲੜਕਾ ਫਿਰ ਠੀਕ ਹੋਇਆ। ਉਸ ਲੜਕੇ ਨੇ ਦੱਸਿਆ ਕਿ ਉਹ ਦਿਨ ਵਿੱਚ ਕਦੇ-ਕਦੇ ਸ਼ਰਾਬ ਵੀ ਪੀ ਲੈਂਦਾ ਸੀ, ਕਿਤੇ-ਕਿਤੇ ਮੀਟ ਵੀ ਖਾ ਲੈਂਦਾ ਸੀ, ਜਿਸ ਦੀ ਵਜ੍ਹਾ ਨਾਲ ਇਹ ਸਭ ਕੁਝ ਹੋਇਆ। ਔਰ ਜਿਸ ਦਿਨ ਉਸਨੇ ਪੜ੍ਹਿਆ ਸੀ, ਉਹ ਬਿਨਾਂ ਨਹਾਤੇ ਹੋਏ ਹੀ ਬੈਠ ਗਿਆ ਸੀ। ਔਰ ਬਿਨਾਂ ਨਹਾਣ ਤੋਂ, ਬਿਨਾਂ ਵਜ਼ੂ ਕੀਤੇ, ਬਿਨਾਂ ਹੱਥ ਮੂੰਹ ਧੋਤੇ ਉਹ ਇਸੇ ਤਰ੍ਹਾਂ ਬੈਠ ਕੇ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਪੜ੍ਹਨ ਲੱਗ ਪਿਆ। ਔਰ ਜੋ ਉਸ ਨਾਲ ਹੋਇਆ, ਇਹ ਨਹੀਂ ਪਤਾ ਕਿ ਜਾਂ ਉਸ 'ਤੇ ਕੋਈ ਸ਼ੈਤਾਨੀ ਤਾਕਤ ਸੀ, ਉਸ ਨਾਲ ਥੱਪੜ ਵੱਜਾ, ਜਾਂ ਫਿਰ ਉਹ ਨਾਪਾਕੀ ਦੀ ਹਾਲਤ ਵਿੱਚ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਪੜ੍ਹ ਰਿਹਾ ਸੀ, ਉਸ ਕਰਕੇ ਉਸ ਦੇ ਥੱਪੜ ਵੱਜਾ। ਪਤਾ ਨਹੀਂ ਕਿਹੜੀ ਤਾਕਤ ਸੀ ਜਿਸ ਨੇ ਉਸ ਦੇ ਥੱਪੜ ਮਾਰਿਆ। ਇਸ ਲਈ ਜਿਸ ਤਰ੍ਹਾਂ ਗੁਰੂ ਮੁਰਸ਼ਿਦ ਇਸ ਤਰੀਕੇ ਨਾਲ ਕੋਈ ਬਚਨ ਕੋਲ ਕਰਦਾ ਹੈ, ਉਸੇ ਤਰੀਕੇ ਨਾਲ ਸਾਨੂੰ ਚੱਲਣਾ ਚਾਹੀਦਾ ਹੈ। ਉਸੇ ਤਰੀਕੇ ਨਾਲ ਸਾਨੂੰ ਉਹ ਪਾਠ ਪੜ੍ਹਨਾ ਚਾਹੀਦਾ ਹੈ। ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਬਹੁਤ ਵੱਡੀ ਚੀਜ਼ ਹੈ, ਬਹੁਤ ਪਾਵਰਫੁਲ, ਸ਼ਕਤੀਸ਼ਾਲੀ ਚੀਜ਼ ਹੈ। ਇਸ ਕਰਕੇ ਇਹ ਬਿਨਾਂ ਗੁਰੂ ਤੋਂ ਕਦੇ ਨਹੀਂ ਪੜ੍ਹਨਾ ਚਾਹੀਦਾ, ਬਿਨਾਂ ਮੁਰਸ਼ਿਦ ਤੋਂ ਕਦੇ ਨਹੀਂ ਪੜ੍ਹਨਾ ਚਾਹੀਦਾ। ਔਰ ਜਿਸ ਤਰ੍ਹਾਂ ਉਹ ਦੱਸਣ ਉਸੇ ਤਰ੍ਹਾਂ ਹੀ ਸਾਨੂੰ ਕਰਨਾ ਚਾਹੀਦਾ ਹੈ। ਇਸ ਲਈ ਇਸ ਵਿੱਚ ਬਹੁਤ ਪਰਹੇਜ਼ ਜ਼ਰੂਰੀ ਹੈ, ਪਾਕ ਸਾਫ਼ ਰਹਿਣਾ ਪੈਂਦਾ ਹੈ। ਇਸ ਲਈ ਇਸ ਡੰਕੇ ਨੂੰ ਆਮ ਨਹੀਂ ਕਿਹਾ ਜਾ ਸਕਦਾ। ਇਸ ਲਈ ਡੰਕੇ ਨੂੰ ਆਮ ਨੈੱਟ 'ਤੇ ਨਹੀਂ ਪਾਇਆ ਜਾ ਸਕਦਾ। ਇਸ ਨੂੰ ਆਮ ਨਹੀਂ ਕੀਤਾ ਜਾ ਸਕਦਾ। ਇਹ ਬਹੁਤ ਖਾਸ ਚੀਜ਼ ਹੈ। ਅਸੀਂ ਇਸ ਨੂੰ ਨੈੱਟ 'ਤੇ ਨਹੀਂ ਪਾ ਸਕਦੇ। ਸਾਨੂੰ ਇਸ ਦੀ ਇਜਾਜ਼ਤ ਨਹੀਂ ਹੈ। ਨਾ ਹੀ ਰੱਬ ਨੂੰ ਮੰਨਣ ਵਾਲੇ ਫਕੀਰ ਇਸ ਨੂੰ ਨੈੱਟ 'ਤੇ ਪਾ ਸਕਦੇ ਹਨ। ਇਹ ਗੁਰੂ ਵਾਲਾ ਖਜ਼ਾਨਾ ਹੈ, ਮੁਰਸ਼ਿਦ ਵਾਲਾ ਖਜ਼ਾਨਾ ਹੈ। ਇਹ ਉਹਨਾਂ ਕੋਲੋਂ ਹੀ ਲੈਣਾ ਚਾਹੀਦਾ ਹੈ। ਇਸ ਜਾਲ ਵਿੱਚ ਬਿਨਾਂ ਗੁਰੂ ਤੋਂ ਕੋਈ ਨਾ ਫਸੇ। ਜੇਕਰ ਬਿਨਾਂ ਗੁਰੂ ਤੋਂ ਇਹ ਕਰਦਾ ਹੈ ਤਾਂ ਆਪਣੇ ਸਿਰ 'ਤੇ, ਆਪਣੀ ਜ਼ਿੰਮੇਵਾਰੀ 'ਤੇ ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਪੜ੍ਹ ਸਕਦਾ ਹੈ। ਪਰ ਜੋ ਭਗਤੀ ਇਬਾਦਤ ਵਾਲੇ ਲੋਕ ਹਨ, ਜਿਨ੍ਹਾਂ ਨੂੰ ਆਪਣੀ ਭਗਤੀ ਸ਼ਕਤੀ ਦਾ ਪਤਾ ਹੈ, ਕਿਸੇ ਗੁਰੂ, ਦੇਵੀ ਦੇਵਤੇ, ਪੀਰ ਫਕੀਰ ਨਾਲ ਤਾਰ ਜੁੜੀ ਹੈ, ਉਹ ਕੁਝ ਲੋਕ ਬਿਨਾਂ ਗੁਰੂ ਤੋਂ ਵੀ ਇਸ ਨੂੰ ਪੜ੍ਹ ਸਕਦੇ ਹਨ। ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਜੇਕਰ ਤਾਰ ਜੁੜੀ ਹੈ, ਕਿਸੇ ਗੁਰੂ ਮੁਰਸ਼ਿਦ ਨਾਲ ਤਾਰ ਜੁੜੀ ਹੈ, ਉਹਨਾਂ ਨੂੰ ਚਾਨਣ ਹੈ, ਤਾਂ ਬਿਨਾਂ ਗੁਰੂ ਤੋਂ ਉਹੀ ਲੋਕ ਪੜ੍ਹ ਸਕਦੇ ਹਨ ਜਿਨ੍ਹਾਂ ਦੇ ਅੰਦਰ ਸ਼ਕਤੀ ਹੈ, ਕਿਸੇ ਗੁਰੂ ਪੀਰ ਰਹਿਬਰ ਦੀ ਰਹਿਮਤ ਹੈ। ਹਜ਼ਰਤ ਸ਼ਾਹ ਅਲੀ ਸਰਕਾਰ ਦਾ ਡੰਕਾ ਆਮ ਚੀਜ਼ ਨਹੀਂ ਹੈ। ਇਹ ਹਰ ਸ਼ੈ 'ਤੇ ਡੰਕਾ ਵਜਾਉਣਾ ਮਤਲਬ ਜਿੱਤ ਪ੍ਰਾਪਤ ਕਰਨੀ ਹੈ। ਹਰ ਭੂਤ ਪ੍ਰੇਤ, ਜਾਦੂ, ਅਸੇਬ 'ਤੇ ਜਿੱਤ ਪ੍ਰਾਪਤ ਕਰਨੀ ਹੈ। ਇਸ ਲਈ ਅਸੀਂ ਇਸ ਨੂੰ ਨੈੱਟ 'ਤੇ ਨਹੀਂ ਪਾ ਸਕਦੇ। ਇਸ ਡੰਕੇ ਵਿੱਚ, ਇਸ ਨੂੰ ਪੜ੍ਹਨ ਨਾਲ ਇਸ ਵਿੱਚ ਹਜ਼ਰਤ ਸ਼ਾਹ ਅਲੀ ਸਰਕਾਰ ਦੀ ਪੂਰੀ ਫੌਜ ਚੱਲਦੀ ਹੈ। ਬਹੁਤ ਪੀਰ ਫਕੀਰ, ਦੇਵੀ ਦੇਵਤੇ ਸਰਕਾਰ ਨਾਲ ਚੱਲਦੇ ਹਨ।
ਸੋ ਦੋਸਤੋ, ਇਹ ਸੀ ਹਜ਼ਰਤ ਸ਼ਾਹ ਅਲੀ ਸਰਕਾਰ ਦੇ ਡੰਕੇ ਦੀ ਖਾਸ ਜਾਣਕਾਰੀ। ਸੋ ਮਿਲਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਆਪ ਸਭ ਨੂੰ ਸਲਾਮ।